ਚੱਲ ਐਤਕੀ ਫੇਰ ਸਾਡਾ 6ਵਾਂ 7ਵਾਂ ਰੀਟੇਕ ਆ ਗੱਲ ਨਹੀਂ ਚੁੱਕੀ ਜਾਣ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦਾ ਟੌਪਿਕ ਆ ਕਿ ਜੇ ਇੱਕ ਟ੍ਰੇਨਰ ਦੀ ਬੋਡੀ ਹੈ ਨਹੀਂ ਹੈ ਤੇ ਕੀ ਉਹ ਤੁਹਾਨੂੰ ਟ੍ਰੇਨ ਨਹੀਂ ਕਰ ਸਕਦਾ। ਜਾਂ ਉਹ ਮੋਟਾ ਆ ਚਾਹੇ ਉਹ ਪਤਲਾ ਆ, ਕਿ ਉਹਨੂੰ ਇੰਨੀ ਨੌਲੇਜ ਹੈ ਨਹੀਂ ਹੈ ਕਿ ਉਹ ਤੁਹਾਨੂੰ ਟ੍ਰੇਨ ਕਰ ਸਕੇ। ਬਿਕੋਜ਼ ਆਪਣੀ ਕਮਿਊਨਿਟੀ ਦੇ ਵਿੱਚ ਮੋਸਟਲੀ ਉਸੇ ਹੀ ਬੰਦੇ ਨੂੰ ਤਵੱਜੋ ਦਿੱਤੀ ਜਾਂਦੀ ਆ ਜਿਹਨੇ ਬੋਡੀ ਬਣਾਈ ਆ, ਚਾਹੇ ਉਹ ਸਟੀਰੋਇਡ ਲੈ ਕੇ ਬਣਾਈ ਆ, ਚਾਹੇ ਉਹ ਕੋਈ ਹੋਰ ਡਰੱਗਸ ਲੈ ਕੇ ਬਣਾਈ ਆ, ਬਟ ਆਪਣੀ ਕਮਿਊਨਿਟੀ ਸਿਰਫ ਇੱਕ ਚੀਜ਼ ਦੇਖਦੀ, ਇਹਦੀ ਹੈਗੀ ਇਹ ਸਾਡੀ ਵੀ ਬਣਾ ਦੂਗਾ। ਇਦਾਂ ਨਹੀਂ ਹੁੰਦਾ ਸ਼ੇਰੋ। ਇਸੇ ਹੀ ਗੱਲ ਉੱਤੇ ਆਪਾਂ ਅੱਜ ਇੱਕ ਲੇਮੈਨ ਲੈਂਗੁਏਜ ਦੇ ਵਿੱਚ ਆਪਾਂ ਗੱਲ ਕਰਨੀ ਆ, ਜਿਹੜਾ ਮੇਰੇ ਵਰਗੇ ਪਿੰਡੂਆਂ ਨੂੰ ਵੀ ਸਮਝ ਆ ਜੇ। ਠੀਕ ਹੈ, ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਇੱਕ ਦੋ ਗੱਲਾਂ ਸਮਝਾਉਣੀਆਂ ਨੇ। ਉਦੋਂ ਬਾਅਦ ਤੁਹਾਡਾ ਡਿਸੀਜਨ ਆ ਕਿ ਤੁਸੀਂ ਕਿਹੜੇ ਪਾਸੇ ਜਾਣਾ। ਸੋ ਚੱਲਦੇ ਹਾਂ ਆਪਾਂ ਵੀਡੀਓ ਵੱਲ ਨੂੰ। ਓਏ ਉਹ ਮੇਰੇ ਨਾਲ ਦੀ ਪੁਰਾਣੀ ਦੀ ਕਾਲ ਆਉਣ ਦੀ, ਕੋਈ ਨਹੀਂ ਕੱਟਦੇ ਹਾਂ। ਸੋ ਗੱਲ ਸਟਾਰਟ ਕਰਦੇ ਹਾਂ। ਇੱਕ ਆਪਾਂ ਇਹਨੂੰ ਕਹਾਣੀ ਵਾਂਗੂ ਪੇਸ਼ ਕਰਦਾ ਮੈਂ, ਥੋੜੀ ਇੰਟਰਸਟਿੰਗ ਜੀ ਬਣ ਜੂਗੀ ਤੁਹਾਡੇ ਵਾਸਤੇ। ਮੰਨ ਲਓ ਤੁਸੀਂ ਪਹਿਲਾਂ ਦਿਨ ਜਿਮ ਦੇ ਅੰਦਰ ਐਂਟਰੀ ਮਾਰੀ, ਤੁਹਾਨੂੰ ਕੁਛ ਨਹੀਂ ਆਉਂਦਾ ਜਿਮ ਦਾ, ਜਮਾ ਹੀ ਕੁਛ ਨਹੀਂ ਪਤਾ। ਚਾਹੇ ਤੁਸੀਂ ਬੜੇ ਜ਼ਿਆਦਾ ਮੋਟੇ ਜੇ, ਚਾਹੇ ਤੁਸੀਂ ਬੜੇ ਜ਼ਿਆਦਾ ਪਤਲੇ ਜੇ, ਤੁਸੀਂ ਉੱਥੇ ਫਿੱਟ ਹੋਣ ਜਾਣਾ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਹਾਂ। ਮੰਨ ਲਓ ਤੁਹਾਡੇ ਗਾੜੀ ਦੋ ਟ੍ਰੇਨਰਸ ਆਉਂਦੇ ਨੇ, ਦੋਵਾਂ ਦਾ ਪ੍ਰਾਈਸ ਇੱਕੋ ਹੀ ਆ। ਠੀਕ ਹੈ, ਇੱਕ ਟ੍ਰੇਨਰ ਆਪਣੇ ਆ ਮੋਟੇ ਭਾਈ ਸਾਹਿਬ ਨੇ, ਇੱਕ ਟ੍ਰੇਨਰ ਆਪਣੇ ਆ ਨੇ। ਸੋ ਮੈਂ ਸਿੱਧੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ 99.9% ਲੋਕ ਜਿਹੜੇ ਇਹਨਾਂ ਦੋਵਾਂ ਨੂੰ ਹੀ ਨਹੀਂ ਜਾਣਦੇ, ਉਹਨਾਂ ਨੂੰ ਨਹੀਂ ਪਤਾ ਇਹ ਦੋਵੇਂ ਕੌਣ ਨੇ, ਇਹਨੂੰ ਚੂਜ਼ ਕਰਨਗੇ। ਵਾਈ? ਕਿਉਂਕਿ ਉਹ ਸਮਝਣਗੇ ਕਿ ਇਹ ਤੇ ਆਪ ਨਹੀਂ ਫਿੱਟ, ਇਹ ਸਾਨੂੰ ਕਿੱਥੋਂ ਕਰੂਗਾ, ਇਹਦੀ ਨੌਲੇਜ ਡਿਗਰੀ ਸਭ ਕੁਝ ਗਈ। ਇਹਨੂੰ ਚੂਜ਼ ਕਰਨਗੇ। ਇੱਕ ਟ੍ਰੇਨਰ ਮਗਰੋਂ ਇੱਕ ਹੋਰ ਆ ਜਾਂਦਾ ਕਿ ਭਾਜੀ ਮੈਂ ਵੀ ਹੈਗਾ ਜੇ, ਮੈਂ ਵੀ ਹੈਗਾ ਜੇ, ਆਹ ਲਓ। ਠੀਕ ਹੈ, ਤੁਸੀਂ ਇਹਨਾਂ ਦੋਵਾਂ ਦੇ ਵਿੱਚ ਕਨਫਿਊਜ਼ ਹੋ ਜਾਣਾ, ਇਹਨੂੰ ਕੰਪਲੀਟਲੀ ਐਲੀਮੀਨੇਟ ਕਰ ਦੇਣਾ। ਜਦ ਕਿ ਇਹਨਾਂ ਦੋਵਾਂ ਨੂੰ ਬਣਾਉਣ ਵਾਲਾ ਆ ਬੰਦਾ ਆ, ਜਿਨ੍ਹਾਂ ਨੂੰ ਬੋਡੀ ਬਿਲਡਿੰਗ ਦੇ ਨਾਲ ਜਿਹੜੇ ਰਾਬਤਾ ਰੱਖਦੇ ਆ ਜਾਂ ਫਿਟਨੈਸ ਦੇ ਵਿੱਚ ਇੰਟਰਸਟ ਰੱਖਦੇ, ਉਹਨਾਂ ਨੂੰ ਪਤਾ ਆ। ਹੁਣ ਆਹ ਦੋ ਬੰਦੇ ਬੜੇ ਆਕਰਸ਼ਿਤ ਆ, ਦਿਖਣ ਨੂੰ ਬੜੇ ਅਟਰੈਕਟਿਵ ਆ, ਬੜੀ ਬੋਡੀ ਆ ਇਹਨਾਂ ਦੀ, ਇਹਦੇ ਕੋਈ ਕੁਛ ਵੀ ਨਹੀਂ। ਬਟ ਸਟਿਲ ਇਸ ਬੰਦੇ ਦਾ ਇੱਕ ਪੈਸ਼ਨ ਸੀ ਕਿ ਮੈਂ ਟ੍ਰੇਨਿੰਗ ਦੇਣੀ ਆ। ਆਈ ਡੋਂਟ ਵਾਂਟ ਟੂ ਬੀ ਅ ਫਿਟਨੈਸ ਮਾਡਲ, ਆਈ ਡੋਂਟ ਵਾਂਟ ਟੂ ਬੀ ਅ ਬੋਡੀ ਬਿਲਡਰ। ਮੈਂ ਨਹੀਂ ਕਰਨਾ ਚਾਹੁੰਦਾ ਉਹ, ਬਟ ਮੈਂ ਇੱਕ ਕਿੰਗ ਮੇਕਰ ਬਣਨਾ ਚਾਹੁੰਦਾ ਹਾਂ। ਆਈ ਡੋਂਟ ਵਾਂਟ ਟੂ ਬੀ ਅ ਕਿੰਗ। ਇੱਦਾਂ ਦੇ ਸਕਰੀਨ ਭਰ ਦੇਣਾ ਹੈ ਤੁਹਾਡੀ। ਇੰਨੇ ਟ੍ਰੇਨਰਸ ਨੇ ਸਾਡੇ ਇੰਡੀਆ ਦੇ ਬਾਹਰ ਤੇ, ਠੀਕ ਹੈ, ਜਿਨ੍ਹਾਂ ਦੀਆਂ ਬੜੀਆਂ ਸੋਹਣੀਆਂ ਗੋਗੜਾਂ ਪਈਆਂ ਨੇ, ਜਿਨ੍ਹਾਂ ਦੀ ਆਪਣੀ ਫਿਜ਼ੀਕ ਹੈ ਨਹੀਂ ਆ, ਬਟ ਉਹ ਕਿਸੇ ਦੀ ਬਣਾ ਦਿੰਦੇ ਨੇ। ਹੁਣ ਇਹ ਚੀਜ਼ ਕ੍ਰੀਏਟ ਕਿਉਂ ਕੀਤੀ ਗਈ ਆ? ਇਹ ਚੀਜ਼ ਇਸ ਕਰਕੇ ਕ੍ਰੀਏਟ ਕੀਤੀ ਗਈ ਆ ਕਿ ਤੁਸੀਂ ਕਦੇ ਵੀ, ਜੇ ਮੈਂ ਤੁਹਾਨੂੰ ਕਹੂੰਗਾ ਨਾ ਕਿ ਆ ਜਾ ਤੈਨੂੰ ਫਿੱਟ ਬੰਦਾ ਵਿਖਾਉਣਾ, ਆ ਜਾ ਤੈਨੂੰ ਇੱਕ ਫਿੱਟ ਬੰਦਾ ਵਿਖਾਉਣਾ ਆ, ਤੁਹਾਡੇ ਦਿਮਾਗ ਦੇ ਵਿੱਚ ਇਮੇਜ ਪਤਾ ਕੀ ਆਉਣੀ ਆ? ਫਿੱਟ ਬੰਦਾ ਸੁਣਦੇ ਹੀ ਰਿਤਿਕ ਰੋਸ਼ਨ, ਵਿਦਿਅਤ, ਜੌਨ ਅਬਰਾਹਮ, ਟਾਈਗਰ ਸ਼ਰੋਫ, ਤੁਹਾਡੇ ਇਦਾਂ ਦੀ ਆਉਣੀ ਆ। ਤੁਹਾਡੇ ਕਿਸੇ ਦੇ ਵੀ ਦਿਮਾਗ ਦੇ ਵਿੱਚ ਅਕਸ਼ੇ ਕੁਮਾਰ ਨਹੀਂ ਆਉਣਾ, ਤੁਹਾਡੇ ਕਿਸੇ ਦੇ ਵੀ ਦਿਮਾਗ ਦੇ ਵਿੱਚ ਆਯੁਸ਼ਮਾਨ ਖੁਰਾਨਾ ਨਹੀਂ ਆਉਣਾ, ਤੁਹਾਡੇ ਕਿਸੇ ਦੇ ਵੀ ਦਿਮਾਗ ਦੇ ਵਿੱਚ ਇਹ ਬੰਦੇ ਆਉਣੇ ਹੀ ਨਹੀਂ। ਬਿਕੋਜ਼ ਇਹ ਤੁਹਾਨੂੰ ਦੇਖਣ 'ਚ ਇਹਨਾਂ ਦੀ ਬੋਡੀ ਨਹੀਂ ਲੱਗ ਰਹੀ, ਤੁਹਾਡੇ ਦਿਮਾਗ ਦੇ ਵਿੱਚ ਇੱਕ ਛਵੀ ਬਣਾ ਦਿੱਤੀ ਗਈ ਆ। ਜਦ ਕਿ ਫਿਟਨੈਸ ਦੀ ਇੱਕ ਡੈਫੀਨੇਸ਼ਨ ਆ ਕਿ ਫਿਜ਼ੀਕਲ ਫਿਟਨੈਸ ਇਜ਼ ਅ ਸਟੇਟ ਆਫ ਹੈਲਥ ਐਂਡ ਵੈਲ ਬੀਇੰਗ ਐਂਡ ਮੋਰ ਸਪੈਸੀਫਿਕਲੀ ਦ ਅਬਿਲਿਟੀ ਟੂ ਪਰਫਾਰਮ ਐਸਪੈਕਟਸ ਆਫ sports, occupation and daily activity. Physical fitness generally achieved through proper nutrition ਜਾਂ exercise ਨਾਲ ਹੀ exercise and sufficient rest along with the formal recovery plan. This is fitness. This is health. ਉਹ ਫਿਟਨੈਸ ਨਹੀਂ ਆ। ਠੀਕ ਹੈ, ਹੁਣ ਤੁਹਾਡੇ ਵਿੱਚੋਂ ਕਿੰਨੇ ਬੰਦੇ ਨੇ ਜਿਹੜੇ ਡਾਕਟਰ ਬਣਨਾ ਚਾਹੁੰਦੇ ਨੇ, ਜਿਹੜੇ ਇੰਜੀਨੀਅਰ ਬਣਨਾ ਚਾਹੁੰਦੇ ਨੇ, ਠੀਕ ਹੈ, ਐਂਡ ਉਹਨਾਂ ਨੇ ਡਾਕਟਰ ਐਂਡ ਇੰਜੀਨੀਅਰਸ ਕੋਲੋਂ ਹੀ ਪੜ੍ਹਾਈ ਕੀਤੀ ਆ? ਨਹੀਂ, ਠੀਕ ਹੈ, ਉਹਨਾਂ ਨੇ ਟੀਚਰਸ ਕੋਲੋਂ ਪੜ੍ਹਾਈ ਕੀਤੀ ਆ। ਜਦ ਕਿ ਟੀਚਰਾਂ ਨੇ ਵੀ ਉਹੀ ਪੜ੍ਹਾਈ ਕੀਤੀ ਆ ਜਿਹਦੇ ਨਾਲ ਉਹ ਇੰਜੀਨੀਅਰ ਬਣ ਸਕਦੇ ਸੀ, ਬਟ ਉਹਨਾਂ ਦੀ ਸੈਲਫ ਡਿਸੀਜਨ ਸੀਗਾ ਕਿ ਨਹੀਂ ਬਈ, ਵੀ ਵਾਂਟ ਟੂ ਗੋ ਇਨ ਟੀਚਿੰਗ ਲਾਈਨ। ਹੁਣ ਇਹ ਕੀ ਕਹਿੰਦੇ ਆ, ਇਹਨਾਂ ਦੀ ਐਡਵਰਟਾਈਜ਼ਮੈਂਟ ਇਸ ਹਿਸਾਬ ਨਾਲ ਹੁੰਦੀ ਆ, ਬਿਕੋਜ਼ ਇਹ ਖੁਦ ਪੈਸ਼ਨੇਟ ਹੁੰਦੇ ਆ, ਖੁਦ ਸਟੀਰੋਇਡਸ ਲੈਂਦੇ ਆ, ਸਭ ਕੁਝ ਲੈਂਦੇ ਆ। ਇਹਨਾਂ ਦੀ ਇਸ ਹਿਸਾਬ ਨਾਲ ਇਹ ਕਰਦੇ ਆ, ਤੁਹਾਨੂੰ ਪ੍ਰੋਵੋਕ, ਆਪਣੀ ਐਡਵਰਟਾਈਜ਼ਮੈਂਟ ਹੀ ਇਸ ਹਿਸਾਬ ਨਾਲ ਕਰਦੇ ਕਿ ਸਾਡੇ ਵਰਗੇ ਬਣੋ ਤੁਸੀਂ,
ਸਾਡੇ ਵਰਗੇ ਬਣੋ ਤੁਸੀਂ, ਠੀਕ ਆ। ਇਹਨਾਂ ਨੇ ਦਿਮਾਗ ਦੇ ਵਿੱਚ ਭਰ ਦਿੱਤਾ ਕਿ ਜਿਹੜਾ ਟ੍ਰੇਨਰ ਖੁਦ ਫਿੱਟ ਨਹੀਂ ਉਹ ਤੁਹਾਨੂੰ ਫਿੱਟ ਨਹੀਂ ਕਰ ਸਕਦਾ, ਚਾਹੇ ਉਹਦੇ ਪਿੱਛੇ ਜਿੰਨੀ ਮਰਜ਼ੀ ਪੜ੍ਹਾਈ ਆ, ਚਾਹੇ ਜਿੰਨੀ ਮਰਜ਼ੀ ਪੜ੍ਹਾਈ ਆ ਉਸ ਦੇ ਪਿੱਛੇ। ਕਿੰਨਾ ਟਾਈਮ ਹੋ ਗਿਆ? 4 ਮਿੰਟ ਹੋਇਆ। ਸੋ ਚਾਹੇ ਉਹਦੇ ਪਿੱਛੇ ਜਿੰਨੀ ਮਰਜ਼ੀ ਪੜ੍ਹਾਈ ਆ ਉਹਨੂੰ ਕਾਊਂਟ ਨਹੀਂ ਕਰਦੇ, ਬਿਕੋਜ਼ ਇਹਨਾਂ ਕਰਨਾ 3 ਮਹੀਨਿਆਂ ਦੀ ਲੈਣੀ ਆ ਸਟੱਡੀ, ਠੀਕ ਹੈ। 1-2 ਸਾਈਕਲ ਕਰਨੇ ਆ, ਡਨ, ਦੇ ਆਰ ਟ੍ਰੇਨਰ, ਠੀਕ ਹੈ। ਜੇ ਤੁਸੀਂ ਇਹਨਾਂ ਦੇ ਨਾਲ ਪੜ੍ਹੇ ਲਿਖਿਆਂ ਨੂੰ ਕੰਪੀਟ ਕਰਨ ਡੈ ਪਏ, ਸਿਆਪਾ ਪੈ ਜਾਣਾ, ਇਹਨਾਂ ਨੂੰ ਕੌਣ ਪੁੱਛੂਗਾ। ਸੋ ਇਹਨਾਂ ਨੇ ਇੱਕ ਚੀਜ਼ ਦੁਨੀਆ ਦੇ ਮਨ ਦੇ ਵਿੱਚ ਬਿਠਾਤੀ ਕਿ ਜਿਹੜਾ ਖੁਦ ਫਿੱਟ ਨਹੀਂ ਉਹ ਤੁਹਾਨੂੰ ਕਿੱਦਾਂ ਫਿੱਟ ਕਰੂਗਾ। ਇਸੇ ਤਰ੍ਹਾਂ ਫਿਰ ਮੈਂ ਐਗਜ਼ਾਮਪਲ ਲੈਣਾ ਆ ਕਿ ਜਿਹੜੇ ਇੱਕ ਮੇਲ ਡਾਕਟਰ ਨੇ ਖੁਦ ਬੱਚਾ ਡਿਲੀਵਰ ਨਹੀਂ ਕੀਤਾ ਉਹ ਕਿਸੇ ਦੀ ਡਿਲੀਵਰੀ ਕਿੱਦਾਂ ਕਰਾਊਗਾ। ਇਦਾਂ ਹੀ ਮੈਂ ਦੂਜੀ ਐਗਜ਼ਾਮਪਲ ਫਿਰ ਤੁਹਾਨੂੰ ਦਿੰਦਾ ਆ ਕਿ ਜਿਹੜੇ ਬੰਦੇ ਨੂੰ ਖੁਦ ਨੂੰ ਕੈਂਸਰ ਨਹੀਂ ਉਹ ਕੈਂਸਰ ਨੂੰ ਕਿੱਦਾਂ ਠੀਕ ਕਰ ਸਕਦਾ ਆ। ਇਹੋ ਫਿਰ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਆ, ਠੀਕ ਆ, ਕਿ ਜਿਹੜਾ ਬੰਦਾ ਖੁਦ ਇੰਜੀਨੀਅਰ ਨਹੀਂ ਬਣ ਸਕਿਆ ਉਹ ਤੁਹਾਨੂੰ ਕਿੱਦਾਂ ਪੜ੍ਹਾਊਗਾ, ਤੁਹਾਨੂੰ ਪੜ੍ਹਾ ਕੇ ਕਿੱਦਾਂ ਇੰਜੀਨੀਅਰ ਬਣਾ ਦੂਗਾ। ਸਾਰੀਆਂ ਹੀ ਗੱਲਾਂ ਦਾ ਇੱਕ ਜਵਾਬ ਆ। ਤੁਸੀਂ ਕਹਿਣਾ ਯਾਰ ਉਹਨੇ ਪੜ੍ਹਾਈ ਕੀਤੀ ਹੈ ਇਸ ਚੀਜ਼ ਬਾਰੇ, ਠੀਕ ਹੈ। ਯਾਰ ਕੈਂਸਰ ਹੋਣਾ ਜ਼ਰੂਰੀ ਨਹੀਂ ਕੈਂਸਰ ਵਾਲੇ ਡਾਕਟਰ ਨੂੰ, ਉਹਨੇ ਕੈਂਸਰ ਦੀ ਪੜ੍ਹਾਈ ਕੀਤੀ ਆ, ਠੀਕ ਹੈ। ਉਹਨੂੰ ਪਤਾ ਸਾਡੀ ਬੋਡੀ ਦੇ ਅੰਦਰ ਕੀ ਚੱਲਣ ਡਿਆ ਆ। ਕੀ ਇੱਕ ਮਾਲਸ਼ੀਆ ਤੁਹਾਡਾ ਕੈਂਸਰ ਠੀਕ ਕਰ ਸਕਦਾ ਕਿਉਂਕਿ ਇਹਨੇ ਪੜ੍ਹਾਈ ਨਹੀਂ ਕੀਤੀ? ਐਕਸਪੀਰੀਅੰਸ ਚਾਹੇ ਲੱਖਾਂ ਸਾਲਾਂ ਦਾ ਹੋਵੇ। ਹੁਣ ਜਿਹੜੇ ਕਹਿੰਦੇ ਨੇ ਕਿ ਵੀ ਹੈਵ ਐਕਸਪੀਰੀਅੰਸ, ਸਟੀਰੋਇਡਸ ਦਾ ਸਾਡੇ ਕੋਲ ਐਕਸਪੀਰੀਅੰਸ ਹੈ, ਅਸੀਂ ਆਹ ਕੰਪੀਟੀਸ਼ਨ ਲੜਿਆ, ਓਕੇ ਦੈਟਸ ਫਾਈਨ, ਠੀਕ ਹੈ, ਵੀ ਰਿਸਪੈਕਟ ਦੈਟ, ਤੁਸੀਂ ਜਿੱਤੇ, ਤੁਸੀਂ ਸਾਰਾ ਕੁਝ ਕੀਤਾ। ਬਟ ਵੈਨ ਇਟ ਕਮਸ ਟੂ ਕੈਮੀਕਲਸ ਐਕਸਪੀਰੀਅੰਸ ਨਹੀਂ ਦੇਖਦੇ, ਠੀਕ ਹੈ। ਮੈਂ ਇੱਕ ਇੱਥੇ ਬਣਾਇਆ ਆ ਫਾਰਮੂਲਾ, ਓਕੇ, ਸਕਰੀਨਸ਼ਾਟ ਲੈ ਲਓ 1 ਮਿੰਟ। ਹੁਣ ਇਹ ਸਕਰੀਨਸ਼ਾਟ ਜਾ ਕੇ ਆਪਣੇ ਐਕਸਪੀਰੀਅੰਸਡ ਟ੍ਰੇਨਰਸ ਨੂੰ ਦਿਖਾਓ। 3-4 ਹੋਰ ਲਾ ਦਿੰਦਾ, ਲੈ ਲਓ ਸਕਰੀਨਸ਼ਾਟ। 3-4 ਇਹ ਜਾ ਕੇ ਆਪਣੇ ਉਹਨਾਂ ਨੂੰ ਦਿਖਾਓ, ਉਹਨਾਂ ਨੂੰ ਕਹੋ ਵਾਟ ਇਜ਼ ਦਿਸ, ਪੁੱਛਿਓ ਜਾ ਕੇ ਜੇ ਕੋਈ ਜਵਾਬ ਦਿੰਦਾ ਹੈ ਤੇ, ਠੀਕ ਹੈ। ਬਿਕਾਜ਼ ਇੱਕ ਅਨਪੜ੍ਹ ਬੰਦਾ, ਉਹਨੂੰ ਕੈਮਿਸਟਰੀ ਦਾ ਪਤਾ ਨਹੀਂ, ਉਹਨੂੰ ਪਤਾ ਹੀ ਨਹੀਂ ਉਹ ਕਿਹੜੇ ਸਾਲਟ ਨੇ ਜਿਹੜੇ ਉਹ ਤੁਹਾਨੂੰ ਟੀਕੇ ਲਵਾ ਰਹੇ ਨੇ, ਉਹਨਾਂ ਨੂੰ ਨਹੀਂ ਪਤਾ, ਠੀਕ ਹੈ। ਸ਼ੇਰੋ ਉਹਨਾਂ ਦੇ ਪਿਓ ਨੇ, ਮੰਨ ਲਓ ਹੁਣ ਮੈਂ ਇੱਕ ਐਗਜ਼ਾਮਪਲ ਲੈਂਦਾ, ਮੇਰੇ ਦਾਦੇ ਨੇ ਇੱਕ ਸਾਈਕਲ ਕੀਤਾ, ਠੀਕ ਹੈ, ਸਟੀਰੋਇਡ ਦਾ, ਉਹਨੇ ਗਾ ਮੈਨੂੰ ਦੱਸਤਾ, ਉਹ ਮੇਰੇ ਪਿਓ ਨੂੰ ਦੱਸਤਾ, ਠੀਕ ਹੈ। ਮੇਰੇ ਪਿਓ ਨੇ ਗਾ ਮੈਨੂੰ ਦੱਸਤਾ, ਠੀਕ ਹੈ। ਉਹ ਉਸੇ ਹੀ ਤਰ੍ਹਾਂ ਚੀਜ਼ ਤੁਰੀ ਆਉਂਦੀ ਆ, ਕੋਚ ਤੋਂ ਉਹਦੇ ਤੇ ਸਟੂਡੈਂਟ ਤੋਂ ਗਾਂ ਉਹਦੇ ਸਟੂਡੈਂਟਾਂ ਉੱਤੇ ਉਸੇ ਹੀ ਤਰ੍ਹਾਂ, ਠੀਕ ਹੈ। ਹਾਂ ਵੀ ਆਹ ਗੇਨਿੰਗ ਵਾਲਾ ਸਾਈਕਲ ਆ, ਹਾਂ ਵੀ ਆਹ ਲੂਜ਼ ਵਾਲਾ ਸਾਈਕਲ, ਹਾਂ ਵੀ ਆਹ ਸਾਈਕਲ ਆ। ਮੈਨੂੰ ਇੱਕ ਗੱਲ ਦੱਸੋ, ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕਿੰਨੇ ਪੇਸ਼ੈਂਟਸ ਬੈਠੇ ਹੁੰਦੇ ਆ? ਡਾਕਟਰ ਕੀ ਸਾਰਿਆਂ ਨੂੰ ਇੱਕੋ ਹੀ ਦਵਾਈ ਦੇ ਕੇ ਤੋਰੀ ਜਾਂਦਾ? ਵੱਖ-ਵੱਖ ਦਿੰਦਾ ਹੈ ਨਾ, ਬਿਕੋਜ਼ ਹਰ ਇੱਕ ਕਿਸੇ ਦੀ ਵੱਖਰਾ ਹੈ, ਬਿਕੋਜ਼ ਅਸੀਂ ਹਰ ਇੱਕ ਵੱਖਰੀ ਮਸ਼ੀਨ ਦੀ ਪ੍ਰੋਡਕਸ਼ਨ ਹੈ। ਮੇਰੇ ਮਾਪਿਓ ਹੋ ਰਿਹਾ, ਤੁਹਾਡੇ ਹੋ ਰਿਹਾ, ਠੀਕ ਹੈ। ਤੁਹਾਨੂੰ ਕੀ ਪਤਾ ਉਸ ਚੀਜ਼ ਦੀ ਨੀਡ ਹੈਗੀ ਆ ਕਿ ਨਹੀਂ ਹੈਗੀ। ਜਿਹੜੇ ਅਨਪੜ੍ਹ ਟ੍ਰੇਨਰ ਹੋਣਗੇ ਉਹਨਾਂ ਕਹਿਣਾ ਸਾਰੇ ਲੈਂਦੇ ਆ ਜੀ, ਤੁਸੀਂ ਵੀ ਲਓ। ਬਟ ਜਿਹੜਾ ਪੜ੍ਹਿਆ ਲਿਖਿਆ ਹੋਊਗਾ ਉਹ ਦੇਖੂਗਾ ਤੁਹਾਨੂੰ ਕੀ ਉਸ ਚੀਜ਼ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ। ਜੇ ਨਹੀਂ ਹੈਗੀ, ਨਹੀਂ ਦਊਗਾ, ਠੀਕ ਹੈ। ਇਹ ਪੜ੍ਹੇ ਲਿਖੇ ਦੀ ਆ। ਜਿਹੜਾ ਬੰਦਾ ਖੁਦ ਫਿੱਟ ਆ, ਜਿਹੜੇ ਬੰਦੇ ਨੂੰ ਐਕਸਪੀਰੀਅੰਸ ਆ, ਠੀਕ ਹੈ, ਬਟ ਉਹਦੇ ਪੱਲੇ ਪੜ੍ਹਾਈ ਹੈ ਨਹੀਂ, ਠੀਕ ਹੈ, ਹੀ ਇਜ਼ ਨਾਟ ਅ ਸਕਸੈਸਫੁਲ ਟ੍ਰੇਨਰ, ਠੀਕ ਹੈ। ਬਿਕੋਜ਼ ਜਿੱਥੇ ਕੈਮੀਕਲਸ ਆਏ ਨੇ, ਹਾਂ ਵੀ ਐਕਸਰਸਾਈਜ਼ ਤੱਕ ਓਕੇ, ਐਕਸਰਸਾਈਜ਼ ਮੈਂ ਨਾ 1000 ਗੁਣਾ ਵਧੀਆ ਕਰਾ ਲੂਗਾ, ਬਟ ਜਿੱਥੇ ਸਪਲੀਮੈਂਟੇਸ਼ਨ ਆਉਣੀ ਆ, ਜਿੱਥੇ ਸਾਰਾ ਕੁਝ ਆਉਣਾ, ਉੱਥੇ ਪੜ੍ਹਾਈ ਚਾਹੀਦੀ। ਜੇ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਇਸ ਗੱਲ ਉੱਤੇ, ਠੀਕ ਹੈ। ਸਾਲਟ ਲਿਖ ਕੇ ਦੇ ਦੂੰਗਾ, ਜਿਹੜਾ ਵੀ ਕਲੇਮ ਕਰੂਗਾ ਕਿ ਹਾਂ ਵੀ ਐਕਸਪੀਰੀਅੰਸ ਦੇ ਸਿਰ ਉੱਤੇ ਮੈਨੂੰ ਸਾਲਟ ਪਤਾ ਹੈ, ਠੀਕ ਹੈ। ਸੋ ਸਿੱਧੀ ਗੱਲ ਆ ਕਿ ਆਪਣੇ ਟ੍ਰੇਨਰ ਦੀ ਇੱਕ ਵਾਰ ਸਟੱਡੀ ਜ਼ਰੂਰ ਪੁੱਛਿਆ ਕਰੋ, ਪਲੀਜ਼ ਇੱਕ ਵਾਰ ਪੁੱਛਿਆ ਕਰੋ। ਮੈਂ ਇਹ ਗੱਲਾਂ ਬੇਬਾਕ ਹੋ ਕੇ ਤਾਂ ਕਰਦਾ ਆ, ਠੀਕ ਆ, ਕਿ ਕੱਲ ਨੂੰ ਜੇ ਮੇਰੇ ਉੱਤੇ ਕੋਈ ਉਂਗਲ ਉੱਠਦੀ ਆ, ਠੀਕ ਆ, ਐ ਡਿਗਰੀ ਰੱਖ ਦੂੰਗਾ ਗਾੜੀ ਫਿਜ਼ੀਓਥੈਰੇਪੀ ਦੀ, ਠੀਕ ਆ, ਬਿਕਾਜ਼ ਪੜ੍ਹੇ ਲਿਖੇ ਆ, ਠੀਕ ਆ। ਜਿਹੜਾ ਬੰਦਾ ਇੱਕ 3 ਮਹੀਨੇ ਦੇ ਕੋਰਸ ਕਰਕੇ, ਠੀਕ ਆ, ਤੁਹਾਨੂੰ ਟ੍ਰੇਨਿੰਗ ਦੇਣ ਡਿਆ, ਕੰਪਲੀਟਲੀ ਇੱਕ ਫਰਾਡ ਆ, ਉਹ ਕੰਪਲੀਟਲੀ ਫਰਾਡ ਆ। ਬਿਕਾਜ਼ ਤੁਸੀਂ ਅੱਜ ਕਿਸੇ ਵੀ ਐਸੋਸੀਏਸ਼ਨ ਦਾ 8 ਮਿੰਟ ਹੋਏ, ਅੱਜ ਕਿਸੇ ਵੀ ਐਸੋਸੀਏਸ਼ਨ ਦੀ ਤੁਸੀਂ ਕਰ ਲਓ, ਠੀਕ ਆ, ਇੱਕ ਸਰਟੀਫਿਕੇਟ ਅਪਲਾਈ ਕਰ ਲਓ, ਠੀਕ ਹੈ। ਸਰਟੀਫਿਕੇਟ ਦੇ ਲੈਵਲਸ ਹੁੰਦੇ ਨੇ, ਲੈਵਲਸ ਅਚੀਵ ਕਰਨੇ ਪੈਂਦੇ। ਜੇ ਕਿਉਂ ਉਹ 1 ਸਾਲ ਕਹਿੰਦੇ ਆ ਪੜ੍ਹੋ ਸਾਡੇ ਨਾਲ, ਕਿਉਂਕਿ 1 ਸਾਲ ਦੇ ਵਿੱਚ ਥੋੜੀ ਕਰਕੇ ਤੁਹਾਡੇ ਅੰਦਰ ਉਹ ਐਜੂਕੇਸ਼ਨ ਪਾਉਂਦੇ ਨੇ, ਠੀਕ ਹੈ। ਇਹ ਜਿੰਨੇ ਵੀ ਲੋਕ ਫਿਟਨੈਸ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਆ। ਕਮ ਸੇ ਕਮ 1 ਸਾਲ ਪੜ੍ਹੋ। ਜੇ ਤੁਹਾਨੂੰ ਐਕਸਪੀਰੀਅੰਸ ਤੋਂ 1% ਆਉਂਦਾ, ਤੁਹਾਨੂੰ ਪੜ੍ਹ ਕੇ 10% ਹੋਰ ਜ਼ਿਆਦਾ ਇਜ਼ਾਫਾ ਹੋ ਜਾਊਗਾ। ਜਦੋਂ ਉਹ ਦੋਵੇਂ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ 100% ਮਿਲੂਗਾ। 100 ਦਾ ਮੈਂ ਕਹਿੰਦਾ 1000% ਤੁਹਾਨੂੰ ਮਿਲ ਜਾਊਗਾ। ਬਹੁਤ ਪੈਸਾ ਹੈ ਇਸ ਫੀਲਡ ਦੇ ਵਿੱਚ, ਬਹੁਤ ਪੈਸਾ ਆ, ਠੀਕ ਆ। ਐਂਡ ਮੈਂ ਸਿੱਧੀ ਇਹ ਗੱਲ ਆਉਂਦਾ ਆ, ਮੈਨੂੰ ਕੋਈ ਪਰਵਾਹ ਨਹੀਂ ਕਿੰਨੇ ਆ ਜਾਂਦੇ ਨੇ ਹੋਰ ਮੇਰੀ ਇਸ ਫੀਲਡ ਦੇ ਵਿੱਚ, ਬਿਕੋਜ਼ ਕਰੋੜਾਂ ਦੇ ਵਿੱਚ ਲੋਕਾਂ ਨੂੰ ਲੋੜ ਨੇ ਤੇ ਕੁਝ 100
ਚੰਗੇ ਟ੍ਰੇਨਰਸ ਨੇ, ਕੁਝ ਕੁ 100 ਚੰਗੇ ਟ੍ਰੇਨਰਸ। ਤੁਸੀਂ ਮੇਰੀ ਥਾਲੀ ਚੋਂ ਨਹੀਂ ਚੱਕ ਲੈਣਾ, ਮੈਂ ਤੁਹਾਡੀ ਥਾਲੀ ਚੋਂ ਨਹੀਂ ਚੱਕ ਲੈਣਾ, ਬਟ ਜਦੋਂ ਵੀ ਆਉਣਾ ਆ ਇੱਕ ਚੰਗੀ ਨੀਤ, ਇੱਕ ਚੰਗੇ ਮੋਟਿਵ ਦੇ ਨਾਲ ਆਇਓ। ਤੁਹਾਨੂੰ ਨੋਟ ਮਿਲਣੇ ਨੇ, ਠੀਕ ਆ ਡੱਬਿਆਂ ਦੇ ਵਿੱਚੋਂ ਕਮਿਸ਼ਨ ਲੈ ਕੇ ਉਹ ਦੁਕਾਨ ਵਾਲੇ ਦੇ ਨਾਲ, ਉਹ ਵਾਲੀ ਦੁਕਾਨ ਵਾਲੇ ਦੇ ਨਾਲ ਚਿੱਲਰ ਦੇ ਪਿੱਛੇ ਪੈਣ ਦੀ ਲੋੜ ਨਹੀਂ ਆ, ਠੀਕ ਆ। ਬਿਕਾਜ਼ ਮਿਹਨਤ ਕਦੀ ਵੀ ਚੀਟ ਨਹੀਂ ਜੇ ਕਰਦੀ, ਠੀਕ ਹੈ। ਜੇ ਤੁਸੀਂ ਆਪਣੇ ਕਲਾਇੰਟ ਨੂੰ ਮਿਹਨਤ ਕਰਾਉਂਦੇ ਜੇ, ਰਿਜ਼ਲਟ ਮਿਲੂਗਾ ਹੀ ਮਿਲੂਗਾ, ਨਹੀਂ ਕਰਾਉਂਦੇ ਨਹੀਂ ਮਿਲੂਗਾ। ਸੋ ਜੇ ਤੁਹਾਡੇ ਜਿਮ ਦੇ ਵਿੱਚ ਕੋਈ ਗੋਗੜ ਵਾਲਾ ਟ੍ਰੇਨਰ ਆ, ਕੋਈ ਮਰਿਆ ਜਿਹਾ ਟ੍ਰੇਨਰ ਆ, ਪਰ ਉਹਦੇ ਪੱਲੇ ਸਟੱਡੀ ਹੈਗੀ ਆ, ਠੀਕ ਆ, ਇਹ ਉਹਦੀ ਖੁਦ ਦੀ ਚੋਇਸ ਆ। ਉਹਨੇ ਬੋਡੀ ਬਿਲਡਰ ਬੰਨਾ ਕਿ ਉਹਨੇ ਨਹੀਂ ਬੰਨਾ, ਉਹਨੇ ਕਿਸੇ ਦੇ ਕਹਿਣ ਤੇ ਨਹੀਂ ਬੰਨਾ, ਇਹ ਉਹਦੀ ਸੈਲਫ ਸੈਟਿਸਫੈਕਸ਼ਨ ਆ, ਠੀਕ ਆ, ਕਿ ਉਹ ਲੋਕਾਂ ਨੂੰ ਫਿੱਟ ਕਰਨਾ ਚਾਹੁੰਦਾ ਆ ਕਿ ਨਹੀਂ ਕਰਨਾ ਚਾਹੁੰਦਾ, ਠੀਕ ਆ। ਇੱਕ ਬੰਦਾ ਹੁੰਦਾ ਆ ਜਿਹਨੇ ਇਹ ਪੜ੍ਹਾਈ ਕੀਤੀ ਕਿ ਮੈਂ ਉਹੀ ਬੰਨਾ ਆ, ਇੱਕ ਬੰਦਾ ਹੁੰਦਾ ਜਿਹਨੇ ਸਿਰਫ ਟ੍ਰੇਨਰ ਹੀ ਰਹਿਣਾ ਆ। ਐਂਡ ਸਭ ਤੋਂ ਜ਼ਿਆਦਾ ਬੈਸਟ ਚੀਜ਼ ਪਤਾ ਕੀ ਹੈ ਇਹੋ ਜਿਹੇ ਲੋਕਾਂ ਦੀ? ਅਸੀਂ ਬਰਫੀ ਦਾ ਡੱਬਾ ਵੇਖ ਕੇ ਤਰਸਦੇ ਨਹੀਂ, ਅਸੀਂ ਖਾ ਲੈਂਦੇ ਆ, ਅਸੀਂ ਰੋਜ਼ ਇੱਕ ਇੱਕ ਮਫਿਨ ਖਾਂਦੇ ਆ, ਠੀਕ ਆ। ਬਿਕਾਜ਼ ਸਾਨੂੰ ਨਾਰਮਲ ਜੀ ਇੱਕ ਫਿਟਨੈਸ ਚਾਹੀਦੀ ਆ, ਅਸੀਂ ਆਪਣੀ ਲਾਈਫ ਇੰਜੋਏ ਕਰਦੇ ਆ। ਇਹਨਾਂ ਲੋਕਾਂ ਨੂੰ ਨਹੀਂ ਪਤਾ, ਠੀਕ ਆ। ਚਲੋ ਜਿਹੜੇ ਪ੍ਰੋਫੈਸ਼ਨਲਸ ਨੇ ਵੀ ਰਿਸਪੈਕਟ them, ਠੀਕ ਆ, ਸੈਕਰੀਫਾਈਸ ਕਰਦੇ ਆ ਸਭ ਕੁਝ, ਹੈ ਨਾ, ਸਿਰ ਝੁਕਦਾ ਉਹਨਾਂ ਦੇ ਗਾੜੀ, ਠੀਕ ਹੈ, ਚਾਹੇ ਉਹ ਸਟੀਰੋਇਡਸ ਲੈਂਦੇ ਜੋ ਵੀ, ਪਰ ਮੈਡਲਸ ਲੈ ਕੇ ਆਉਂਦੇ ਸਾਡੇ ਵਾਸਤੇ, ਪਰ ਅਸੀਂ ਖਾ ਸਕਦੇ ਹਾਂ ਸ਼ੇਰੋ, ਠੀਕ ਆ। ਸੋ ਸੈਲਫ ਸੈਟਿਸਫੈਕਸ਼ਨ ਵੇਖੋ ਸਭ ਤੋਂ ਪਹਿਲਾਂ ਆਪਦੇ ਆਪ ਵਿੱਚ। ਜੇ ਨਹੀਂ ਬੰਨਾ ਬੋਡੀ ਬਿਲਡਰ, ਟ੍ਰੇਨਰ ਬੰਨਾ, ਇੱਕ ਠੋਕੇ ਕਹੋ ਆਈ ਐਮ ਅ ਟ੍ਰੇਨਰ, ਆ ਮੇਰੇ ਕਲਾਇੰਟਸ ਆ, ਠੀਕ ਆ। ਨੋ ਨੀਡ ਟੂ ਵਰੀ ਅਬਾਊਟ ਦਿਸ। ਇਹ ਵਾਲੀ ਫੀਲਡ ਦੇ ਵਿੱਚ ਸ਼ੇਰੋ ਜ਼ਰੂਰ ਆਓ, ਬਟ ਪੜ੍ਹ ਲਿਖ ਕੇ ਆਓ ਪਲੀਜ਼, ਠੀਕ ਹੈ। ਹਰ ਬੰਦਾ ਆਪਣੀ ਬੋਡੀ ਬਣਾ ਕੇ ਨਹੀਂ ਲਿਖ ਸਕਦਾ, ਇਸ ਚੀਜ਼ ਦਾ ਨਹੀਂ ਹੱਕਦਾਰ ਹੈਗਾ ਕਿ ਉਹ ਲਿਖ ਦੇ ਕਿ ਕੰਟੈਕਟ ਮੀ ਫॉर ਫਿਟਨੈਸ ਟ੍ਰੇਨਿੰਗ। ਬਹੁਤ ਪੈਸਾ ਇਸ ਫੀਲਡ ਦੇ ਵਿੱਚ, ਅਗਲੇ 10 ਸਾਲ ਤੱਕ ਹਰ ਬੰਦਾ ਪੈਸਾ ਬਣਾ ਸਕਦਾ ਹੈ ਆਰਾਮ ਦੇ ਨਾਲ, ਠੀਕ ਆ। ਬਟ ਇੰਡਸਟਰੀ ਨੂੰ ਗੰਦੀ ਨਾ ਕਰੋ। ਐਂਡ ਜਿੰਨੇ ਵੀ ਬੰਦੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ, ਕਿਸੇ ਕੋਲੋਂ ਵੀ, ਸਾਰੇ ਹੀ ਸਤਿਕਾਰਯੋਗ ਨੇ। ਜਿਹੜਾ ਬੰਦਾ ਐਕਸਰਸਾਈਜ਼ ਕਰਨ ਨੂੰ ਕਹਿੰਦਾ ਹੈ, ਆਪਣਾ ਸਿਰ ਝੁਕਦਾ ਉਸ ਬੰਦੇ ਦੇ ਗਾੜੀ, ਠੀਕ ਆ, ਪਰ ਇੱਕ ਵਾਰ ਉਹਦੀ ਨੌਲੇਜ ਚੈੱਕ ਕਰੋ। ਜੇ ਤੁਹਾਨੂੰ ਟੀਕਾ ਕਹਿੰਦਾ ਹੈ ਲਾਉਣ ਨੂੰ, ਜਾਂ ਜੇ ਤੁਹਾਨੂੰ ਸਪਲੀਮੈਂਟ ਦਿੰਦਾ ਆ, ਤੇ ਪਲੀਜ਼ ਆਸਕ ਹਿਮ ਕਿਉਂ, ਮੈਨੂੰ ਇਸ ਚੀਜ਼ ਦੀ ਕੋਈ ਕਮੀ ਆ ਜਾਂ ਕੁਛ ਆ। ਜੇ ਅਗਲੇ ਬੰਦੇ ਇਹ ਜਵਾਬ ਦਿੰਦਾ ਹੈ ਕਿ ਬਾਈ ਇਹ ਸਾਰੇ ਹੀ ਖਾਂਦੇ ਆ, ਉਹਨੂੰ ਕਹੋ ਵੀਰ ਸਾਰੇ ਤੇ ਮੈਂ ਸੇਮ ਨਹੀਂ ਆ, ਠੀਕ ਹੈ। ਦੈਟਸ ਇਟ, ਵੀਡੀਓ ਐਂਡ। ਜੇ ਪੱਲੇ ਪੈ ਗਈ ਹੋਵੇ ਤਾਂ ਠੀਕ ਹੈ, ਨਹੀਂ ਤਾਂ ਨਾ ਸਹੀ। ਤੇ ਕੰਟੈਂਟ ਆਪਣਾ ਵਧੀਆ ਹੀ ਕਹਿਣਾ, ਨਹੀਂ ਸਬਸਕ੍ਰਾਈਬ ਕਰੋ, ਕਰ ਦਿਓ ਜੇ ਚੰਗਾ ਲੱਗੂਗਾ, ਤੇ ਨਹੀਂ ਤਾਂ ਅਗਲੀ ਵੀਡੀਓ ਵੇਖ ਲਿਓ, ਜੇ ਉਦੋਂ ਚੰਗਾ ਲੱਗੂ ਫਿਰ ਕਰ ਦਿਓ। ਐਨਕਾਂ ਮੈਂ ਲਾ ਕੇ ਤਾਂ ਸੋਹਣਾ ਨਹੀਂ ਲੱਗਦਾ ਪਿਛਲੀ ਵਾਰੀ। ਚਲੋ ਓਕੇ, ਟਾਟਾ, ਠੀਕ।